ਕਿ ਜਦੋਂ ਤੁਸੀਂ ਕੰਪਿਊਟਰ ਖਰੀਦ ਲਿਆ ਤਾਂ ਉਸ ਤੋਂ ਬਾਅਦ ਵਰਤੋਂ ਸਮੇਂ ਕਿਹੜੀਆਂ ਸਾਵਧਾਨੀਆਂ ਵਰਤੀਏ, ਕਿਹੜੀਆਂ ਸਾਵਧਾਨੀਆਂ ਦਾ ਅਸੀਂ ਰੱਖੀਏ ਧਿਆਨ ਜਦੋਂ ਤਾਂ ਜੋ ਸਾਡਾ ਕੰਪਿਊਟਰ ਲੰਬੀ ਉਮਰ ਤੱਕ, ਲੰਬੇ ਸਮੇਂ ਤੱਕ ਸਾਨੂੰ ਕੋਈ ਸਮੱਸਿਆ ਨਾ ਕ੍ਰੀਏਟ ਕਰੇ, ਸਾਡੇ ਲਈ ਕੋਈ ਪ੍ਰੋਬਲਮ ਨਾ ਕ੍ਰੀਏਟ ਕਰੇ। ਸੋ ਉਹਦੇ ਲਈ ਕੁਝ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ। ਜਦੋਂ ਤੁਸੀਂ ਕਮਰੇ ਦੇ ਵਿੱਚ ਬੈਠਣਾ ਹੈ, ਜਿਸ ਟੇਬਲ ਦੇ ਉੱਤੇ, ਜਿਸ ਕੁਰਸੀ ਦੇ ਉੱਤੇ ਤੁਸੀਂ ਬੈਠ ਕੇ ਕੰਪਿਊਟਰ ਚਲਾ ਰਹੇ ਹੋ, ਤਾਂ ਉਸ ਥਾਂ ਦੇ ਉੱਤੇ ਕਿਹੜੀਆਂ ਸਾਵਧਾਨੀਆਂ ਰੱਖਣੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਜਲਦੀ ਥੱਕੋ ਨਾ। ਉਹਦੇ ਲਈ ਤੁਹਾਡੇ ਪੈਰ ਜਿਹੜੇ ਨੇ ਉਹ ਜ਼ਮੀਨ ਦੇ ਉੱਤੇ ਟਿਕੇ ਹੋਣ, ਜਾਂ ਫੁੱਟ ਰੈਸਟ ਥੋੜਾ ਜਿਹਾ ਹਾਈਟ ਦੇ ਉੱਤੇ ਕੋਈ ਜਿਹੜਾ ਚਕੌਠਾ ਜਿਹੜਾ ਹੈ ਉਹ ਥੱਲੇ ਲੱਤਾਂ ਦੇ ਤੁਹਾਨੂੰ ਰੱਖ ਲੈਣਾ ਚਾਹੀਦਾ ਹੈ। ਔਰ ਦੂਸਰਾ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਕੂਹਣੀਆਂ ਨੇ, ਜਿਹੜੇ ਹੱਥ ਨੇ, ਉਹ ਕੂਹਣੀਆਂ ਤੋਂ ਲੈ ਕੇ ਹੱਥਾਂ ਤੱਕ ਜਿਹੜੀ ਲੰਬਾਈ ਹੈ ਉਹ ਕੀਬੋਰਡ ਦੇ ਬਿਲਕੁਲ ਪੈਰਲਲ ਯਾਨੀ ਕਿ ਸਮਾਂਤਰ ਹੋਣੀ ਚਾਹੀਦੀ। ਕੂਹਣੀਆਂ, ਹਥੇਲੀਆਂ ਜ਼ਿਆਦਾ ਉੱਪਰ ਨਹੀਂ ਚੱਕੀਆਂ ਹੋਣੀਆਂ ਚਾਹੀਦੀਆਂ, ਨਾ ਹੀ ਥੱਲੇ, ਜੇ ਬਿਲਕੁਲ ਬਰਾਬਰ ਕੀਬੋਰਡ ਹੋਏਗਾ, ਸਾਹਮਣੇ ਹੋਏਗਾ ਤਾਂ ਤੁਸੀਂ ਥੱਕੋਗੇ ਨਹੀਂ। ਇਸੇ ਤਰ੍ਹਾਂ ਦੋਸਤੋ ਅੱਖਾਂ ਦੇ ਬਿਲਕੁਲ ਸਾਹਮਣੇ ਤੁਹਾਡਾ ਮੋਨੀਟਰ ਹੋਵੇ, ਔਰ ਸਿਰ ਜਿਹੜਾ ਹੈ ਉਹ ਬਿਲਕੁਲ ਸਿੱਧਾ ਹੋਵੇ, ਮੋਢੇ ਢਿੱਲੇ ਹੋਣ ਤੇ ਪਿੱਠ ਜਿਹੜੀ ਹੈ ਉਹ ਕੁਰਸੀ ਦੀ ਬੈਕ ਦੇ ਨਾਲ ਉਹ ਲੱਗੀ ਹੋਣੀ ਚਾਹੀਦੀ ਹੈ। ਕੁਝ ਚੀਜ਼ਾਂ ਹੋਰ ਨੇ ਜਿਹੜੀਆਂ ਸਾਨੂੰ ਧਿਆਨ ਰੱਖਣੀ ਚਾਹੀਦੀਆਂ। ਜਦ ਜਿਸ ਕਮਰੇ ਦੇ ਵਿੱਚ ਅਸੀਂ ਕੰਪਿਊਟਰ ਲਗਾਇਆ ਉੱਥੇ ਸਿੱਧੀ ਰੋਸ਼ਨੀ ਨਹੀਂ ਪੈਣੀ ਚਾਹੀਦੀ, ਸਲਾਬ ਨਹੀਂ ਹੋਣੀ ਚਾਹੀਦੀ, ਔਰ ਧੂੜ ਘੱਟੇ ਤੋਂ ਹੋਣਾ ਚਾਹੀਦਾ ਬਚਾਅ, ਕਿਉਂਕਿ ਜਿਹੜੀ ਡਸਟ ਹੈ ਉਹ ਇਲੈਕਟ੍ਰੋਨਿਕ ਚੀਜ਼ਾਂ ਦੀ ਬਹੁਤ ਵੱਡੀ ਦੁਸ਼ਮਣ ਹੈ। ਸਫਾਈ ਕਰੋ ਕੰਪਿਊਟਰ ਦੀ ਬਾਹਰਲੀ ਅੰਦਰਲੀ ਵੀ। CPU ਦਾ ਜਿਹੜਾ ਕੈਬਨਟ ਹੈ ਉਹਨੂੰ ਖੋਲ ਕੇ ਜਿਹੜਾ ਸੌਫਟ ਬਰਸ਼ ਹੈ ਰੰਗ ਵਾਲਾ, ਉਹਦੇ ਨਾਲ ਤੁਸੀਂ ਉਹਦੀ ਸਫਾਈ ਕਰ ਸਕਦੇ ਹੋ। ਕੰਪਿਊਟਰ ਨੂੰ ਜਦੋਂ ਵੀ ਇੱਧਰ ਉੱਧਰ ਲੈ ਕੇ ਜਾਣਾ ਹੈ ਤੇ ਸਭ ਤੋਂ ਵੱਡੀ ਸਮੱਸਿਆ ਸਾਨੂੰ ਆਉਂਦੀ ਹੈ ਕਿ ਜੇ ਥੋੜਾ ਜਿਹਾ ਵੀ ਝਟਕਾ ਲੱਗ ਗਿਆ ਤਾਂ ਸਭ ਤੋਂ ਪਹਿਲਾਂ ਜਿਹੜਾ ਪਾਰਟ ਤੁਹਾਡਾ ਕੰਪਿਊਟਰ ਦਾ ਖਰਾਬ ਹੋਏਗਾ ਉਹ ਹੋਏਗਾ ਹਾਰਡ ਡਿਸਕ। ਸੋ ਹਾਰਡ ਡਿਸਕ ਦੇ ਵਿੱਚ ਬਹੁਤ ਵੱਡਾ ਡਾਟਾ ਹੈ, ਡਾਟਾ ਸਾਡੇ ਪੂਰੇ ਜ਼ਿੰਦਗੀ ਦੀ ਕਮਾਈ ਹੋ ਸਕਦੀ ਹੈ। ਸੋ ਡਾਟੇ ਦੀ ਸੰਭਾਲ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕੰਪਿਊਟਰ ਦੀ ਜਦੋਂ ਰੱਖ ਰਖਾਵ ਕਰਨਾ ਹੈ, ਇੱਧਰ ਉੱਧਰ ਲੈ ਕੇ ਜਾਣਾ ਹੈ ਤੇ ਬੜੇ ਸੰਜਮ ਦੇ ਨਾਲ। ਇਸੇ ਤਰ੍ਹਾਂ ਜਿਹੜੇ ਲੋਕ ਲੈਪਟਾਪ ਯੂਜ਼ ਕਰਦੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਰਿਸਕ ਹੁੰਦਾ ਹੈ ਹਾਰਡ ਡਿਸਕ ਦੇ ਖਰਾਬ ਹੋਣ ਦਾ। ਤਾਂ ਉਸ ਸਥਿਤੀ ਦੇ ਵਿੱਚ ਪੋਰਟੇਬਲ ਹਾਰਡ ਡਿਸਕ ਜ਼ਰੂਰ ਵਰਤੋ। ਜਦੋਂ ਵੀ ਕੋਈ ਜ਼ਰੂਰੀ ਕੰਮ ਕਰ ਲੈਂਦੇ ਹੋ, ਪੂਰਾ ਕਰ ਲੈਂਦੇ ਹੋ, ਤਾਂ ਉਹਨੂੰ ਆਪਣੀ ਪੋਰਟੇਬਲ ਹਾਰਡ ਡਿਸਕ ਦੇ ਵਿੱਚ ਸਾਂਭੋ, ਸੇਵ ਕਰੋ ਤੇ ਉਸ ਤੋਂ ਬਾਅਦ ਉਸ ਹਾਰਡ ਡਿਸਕ ਨੂੰ ਸੰਭਾਲ ਕੇ ਆਪਣੀ ਅਲਮਾਰੀ ਦੇ ਵਿੱਚ ਆਪਣੇ ਟੇਬਲ ਦੇ ਉੱਤੇ ਰੱਖ ਲਓ। ਸੋ ਇਸੇ ਤਰ੍ਹਾਂ ਕੰਪਿਊਟਰ ਦੀ ਸਾਵਧਾਨੀ ਇਹ ਹੈ ਕਿ ਜਿਹੜੇ ਫਾਈਲਾਂ ਤੁਹਾਡੇ ਟੈਂਪਰੇਰੀ ਨੇ ਕੰਪਿਊਟਰ ਦੇ ਵਿੱਚ ਸਾਂਭੀਆਂ ਹੋਈਆਂ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਤੁਸੀਂ ਡਿਲੀਟ ਕਰਦੇ ਰਹੋ। ਚੰਗਾ ਐਂਟੀਵਾਇਰਸ ਪਾ ਕੇ ਰੱਖੋ। ਕੱਲਾ ਮਸਲਾ ਐਂਟੀਵਾਇਰਸ ਪਾ ਕੇ ਹੱਲ ਨਹੀਂ ਹੋਣਾ, ਐਂਟੀਵਾਇਰਸ ਵਧੀਆ ਕੰਪਨੀ ਦਾ ਖਰੀਦਿਆ ਹੋਇਆ ਹੋਣਾ ਚਾਹੀਦਾ ਹੈ, ਔਰ ਰੈਗੂਲਰ ਜਿਹੜਾ ਹੈ ਉਹਨੂੰ ਅਪਡੇਟ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ ਦੋਸਤੋ। ਕਿਉਂਕਿ ਜਦੋਂ ਤੁਸੀਂ ਐਂਟੀਵਾਇਰਸ ਖਰੀਦਿਆ ਸੀ ਉਸ ਤੋਂ ਬਾਅਦ ਜਿੰਨੇ ਵੀ ਵਾਇਰਸ ਨਵੇਂ ਬਣੇ ਨੇ, ਨਵੀਆਂ ਫਾਈਲਾਂ ਬਣੀਆਂ ਨੇ, ਉਹਨਾਂ ਫਾਈਲਾਂ ਨੂੰ ਤੁਹਾਡਾ ਐਂਟੀਵਾਇਰਸ ਨਹੀਂ ਪਛਾਣੇਗਾ ਜੇ ਉਹ ਅਪਡੇਟਡ ਨਹੀਂ ਹੋਏਗਾ ਤਾਂ। ਇਸੇ ਤਰ੍ਹਾਂ ਕਈ ਲੋਕ ਕੰਪਿਊਟਰ ਨੂੰ ਚਲਾਉਂਦੇ ਤਾਂ ਸਹੀ ਢੰਗ ਨਾਲ ਨੇ, ਪਰ ਬੰਦ ਗਲਤ ਤਰੀਕੇ ਨਾਲ ਕਰਦੇ ਨੇ। ਉਹਨੂੰ ਪ੍ਰੋਪਰ ਜਿਹੜਾ ਹੈ ਸ਼ਟ ਡਾਊਨ ਕਰਨਾ ਬਹੁਤ ਜ਼ਰੂਰੀ ਹੈ। ਅਗਲਾ ਜਿਹੜਾ ਸੂਤਰ ਹੈ ਕਿ ਕਮਰੇ ਦੇ ਵਿੱਚ ਜਦੋਂ ਤੁਸੀਂ ਕੰਪਿਊਟਰ ਚਲਾ ਰਹੇ ਹੋ ਤੇ ਕੰਪਿਊਟਰ ਦੀ ਸਕਰੀਨ ਦੇ ਬਿਲਕੁਲ ਪਿਛਲੇ ਪਾਸੇ ਯਾਨੀ ਕਿ ਉਹਦੇ ਸਾਹਮਣੇ ਲਾਈਟ ਸੋਰਸ ਨਹੀਂ ਹੋਣਾ ਚਾਹੀਦਾ, ਲੈਂਪ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਦੀ ਲਾਈਟ ਜਿਹੜੀ ਹੈ ਰਿਫਲੈਕਟ ਹੋ ਕੇ ਤੁਹਾਡੀਆਂ ਅੱਖਾਂ ਧੁੰਦਿਆ ਸਕਦੀ ਹੈ, ਅੱਖਾਂ ਦੇ ਉੱਤੇ ਪੈ ਸਕਦੀ ਹੈ। ਇੱਕ ਜਿਹੜਾ ਨੁਕਤਾ ਬਹੁਤ ਜ਼ਰੂਰੀ ਹੈ, ਸਾਡੀ ਸਿਹਤ ਨਾਲ ਸੰਬੰਧਿਤ ਹੈ। ਇੰਨੀ ਦਿਨੀ ਜਿਹੜੇ ਕਿ ਬਹੁਤ ਸਾਰੇ ਲੋਕ ਇੰਟਰਨੈਟ ਦੇ ਉੱਤੇ, ਕੰਪਿਊਟਰ ਦੇ ਉੱਤੇ, ਸਮਾਰਟਫੋਨ ਦੇ ਉੱਤੇ ਲੱਗੇ ਹੋਏ ਨੇ, ਉਹਨਾਂ ਸਾਰਿਆਂ ਦੇ ਲਈ ਇਹ ਨੁਕਤਾ ਹੈ ਕਿ ਲਗਾਤਾਰ ਕੰਪਿਊਟਰ ਦੀ ਸਕਰੀਨ ਦੀ, ਗੈਜਟ ਦੀ ਜਦੋਂ ਵਰਤੋਂ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਵਿੱਚ ਖੁਸ਼ਕੀ ਆ ਜਾਂਦੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਡਰਾਈ ਆਈਜ਼। ਸੋ ਡਰਾਈ ਆਈਜ਼ ਦੀ ਸਮੱਸਿਆ ਤੋਂ ਬਚਣ ਲਈ ਵਾਰ-ਵਾਰ ਅੱਖਾਂ ਦੇ ਉੱਤੇ ਤਾਜ਼ੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਨੇ, ਜਾਂ ਫਿਰ ਬਾਜ਼ਾਰ ਦੇ ਵਿੱਚੋਂ ਨੇਤਰ ਬੂੰਦਾਂ ਮਿਲ ਜਾਂਦੀਆਂ ਨੇ, ਆਈ ਡ੍ਰੌਪਸ ਮਿਲ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਇੱਕ ਦਵਾਈ ਹੈ ਲੂਬਰੈਕਸ। ਸੋ ਇਸ ਤਰ੍ਹਾਂ ਦੀ ਲੂਬਰੀਕੈਂਟ ਜਿਹੜੀਆਂ ਦਵਾਈਆਂ ਤੁਹਾਨੂੰ ਪਾ ਲੈਣੀਆਂ ਚਾਹੀਦੀਆਂ ਨੇ। ਫਿਰ ਵੀ ਜੇ ਇੱਕ ਰੂਲ ਜਿਹੜਾ ਵਿਗਿਆਨੀਆਂ ਨੇ ਬਣਾਇਆ, ਰੂਲ ਆਫ 20-20-20, 3 ਵਾਰ 20 ਯਾਨੀ ਕਿ 20-20-20। ਸੋ ਇਸ ਨਿਯਮ ਨੂੰ ਚੰਗੀ ਤਰ੍ਹਾਂ ਜੇ ਸਮਝ ਲਓਗੇ ਤਾਂ ਕਦੇ ਵੀ ਅੱਖਾਂ ਦੀ ਸਮੱਸਿਆ, ਤੁਹਾਡੀ ਪਿੱਠ ਦੀ ਸਮੱਸਿਆ, ਸਰਵਾਈਕਲ ਦੀ ਸਮੱਸਿਆ ਕੰਪਿਊਟਰ ਵੱਧ ਚਲਾਉਣ ਕਰਕੇ ਨਹੀਂ ਹੋਏਗੀ। ਲੋ ਇਹ ਰੂਲ ਕੀ ਹੈ? 20-20-20 ਦਾ ਮਤਲਬ ਇਹ ਹੈ ਕਿ ਹਰੇਕ 20 ਮਿੰਟ ਬਾਅਦ 20 ਫੁੱਟ ਦੀ ਦੂਰੀ ਤੇ 20 ਵਾਰ ਅੱਖਾਂ ਝਮਕਣੀਆਂ ਨੇ। ਕਿਉਂਕਿ ਜਦੋਂ ਅਸੀਂ ਸਕਰੀਨ ਦੇ ਉੱਤੇ ਕੰਮ ਕਰ ਰਹੇ ਹੁੰਦੇ ਹਾਂ, ਸਮਾਰਟਫੋਨ ਦੇ ਉੱਤੇ ਕੰਮ ਕਰ ਰਹੇ ਹੁੰਦੇ ਹਾਂ, ਉਸ ਸਮੇਂ ਅੱਖਾਂ ਨੂੰ ਅਸੀਂ ਜ਼ਿਆਦਾ ਦੇਰ ਨਹੀਂ ਝਮਕਦੇ ਤੇ ਉਹਦੇ ਨਾਲ ਕੀ ਹੁੰਦਾ, ਜਿਹੜਾ ਫਲੂਇਡ ਹੈ ਅੱਖਾਂ ਦਾ ਉਹ ਪ੍ਰੋਪਰ ਜਿਹੜਾ ਹੈ ਅੱਖਾਂ ਦੇ ਵਿੱਚ ਨਹੀਂ ਬਣ ਪਾਉਂਦਾ,
ਤੇ ਅੱਖਾਂ ਦੇ ਵਿੱਚ ਹੋ ਜਾਂਦੀ ਹੈ ਖੁਸ਼ਕੀ। ਸੋ ਉਸ ਕਰਕੇ 20 ਮਿੰਟ ਬਾਅਦ ਜਦੋਂ ਸਕਰੀਨ ਤੇ ਕੰਮ ਕਰਦੇ ਹੋ, ਉਸ ਤੋਂ ਬਾਅਦ ਛੋਟੀ ਜਿਹੀ ਬ੍ਰੇਕ ਲੈ ਕੇ 20 ਫੁੱਟ ਦੀ ਦੂਰੀ ਦੇ ਉੱਤੇ ਦੇਖਣਾ ਹੈ ਔਰ 20 ਵਾਰੀ ਅੱਖਾਂ ਨੂੰ ਝਪਕਣਾ ਹੈ। ਸੋ ਇਸ ਸੂਤਰ ਦਾ ਜੇ ਅਸੀਂ ਵਰਤੋਂ ਕਰਾਂਗੇ ਤਾਂ ਅੱਖਾਂ ਦੀ ਸਮੱਸਿਆ ਤੋਂ ਅਸੀਂ ਬਚ ਸਕਦੇ ਹਾਂ। ਜਿੱਥੇ ਵੀ ਤੁਸੀਂ ਕੁਰਸੀ ਤੇ ਬੈਠੇ ਹੋ ਉੱਥੇ ਤੁਸੀਂ ਸੀਟ ਨੂੰ ਜਾਨੀ ਕਿ ਆਪਣੇ ਪੋਸਚਰ ਨੂੰ ਚੇਂਜ ਕਰਦੇ ਰਹੋ, ਬੈਠਕ ਬਦਲਦੇ ਰਹਿਣਾ ਚਾਹੀਦਾ ਹੈ। ਅਗਲਾ ਜਿਹੜਾ ਨੁਕਤਾ ਹੈ ਉਹ ਹੈ ਡਾਟੇ ਨਾਲ ਸੰਬੰਧਿਤ। ਸੀ ਡਰਾਈਵ ਦੇ ਵਿੱਚ ਵਿੰਡੋਜ਼ ਦੀਆਂ ਫਾਈਲਾਂ ਇੰਸਟਾਲ ਹੁੰਦੀਆਂ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ। ਜਦੋਂ ਵਿੰਡੋਜ਼ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਤਾਂ ਦੁਬਾਰਾ ਵਿੰਡੋ ਜਦੋਂ ਇੰਸਟਾਲ ਕਰਨੀ ਪੈਂਦੀ ਹੈ, ਉਸ ਸਮੇਂ ਦੋਸਤੋ ਸੀ ਡਰਾਈਵ ਪੂਰੀ ਉੱਡ ਜਾਂਦੀ ਹੈ। ਸੋ ਇਸ ਕਰਕੇ ਸੀ ਡਰਾਈਵ ਦੇ ਵਿੱਚ ਕਦੇ ਵੀ ਆਪਣੀਆਂ ਫਾਈਲਾਂ ਡਾਟਾ ਜਿਹੜਾ ਹੈ ਉਹਨੂੰ ਸੇਵ ਨਹੀਂ ਕਰਨਾ ਚਾਹੀਦਾ। ਆਪਣੇ ਕੰਪਿਊਟਰ ਦੀ ਹਾਰਡ ਡਿਸਕ ਨੂੰ ਵੱਖਰੀਆਂ ਡਰਾਈਵ ਦੇ ਵਿੱਚ ਵੰਡ ਕੇ ਉਹਨਾਂ ਦੇ ਨਾਮ ਰੱਖ ਕੇ ਉਹਨਾਂ ਨੂੰ ਆਰਗੇਨਾਈਜ਼ ਕਰੋ, ਉਹਨਾਂ ਨੂੰ ਵੱਖਰੇ ਤਰੀਕੇ ਨਾਲ ਸਥਾਪਿਤ ਕਰੋ ਔਰ यूपीएस ਦਾ ਪ੍ਰਯੋਗ ਕਰੋ, ਯਾਨੀ ਕਿ ਯੂਨੀਵਰਸਲ ਯਾਨੀ ਕਿ ਅਨਇੰਟਰਪਟੇਬਲ ਪਾਵਰ ਸਪਲਾਈ, ਯਾਨੀ ਕਿ ਬੇਰੋਕ ਪਾਵਰ ਸਪਲਾਈ, ਜਿਹਦੇ ਨਾਲ ਤੁਹਾਡੇ ਕੰਪਿਊਟਰ ਦੇ ਵਿੱਚ ਕੋਈ ਨੁਕਸਾਨ ਨਹੀਂ ਹੋ ਸਕਦਾ। ਕਿਉਂਕਿ ਕੰਪਿਊਟਰ ਜਦੋਂ ਚਲਾ ਰਹੇ ਹੋ ਇੱਕਦਮ ਤੁਸੀਂ ਕੰਪਿਊਟਰ ਨੂੰ ਬੰਦ ਕੀਤਾ, ਸ਼ਟਡਾਊਨ ਨਹੀਂ ਕੀਤਾ ਪ੍ਰੋਪਰ, ਤਾਂ ਵਿੰਡੋ ਦੇ ਵਿੱਚ ਵੀ ਖਰਾਬੀ ਆ ਸਕਦੀ ਹੈ। ਸੋ ਇਹ ਸੀਗੀਆਂ ਸਾਵਧਾਨੀਆਂ। ਫਿਰ ਵੀ ਕੰਪਿਊਟਰ ਦੇ ਵਿੱਚ ਕਈ ਵਾਰੀ ਸਮੱਸਿਆ ਇਹ ਹੁੰਦੀ ਹੈ ਕਿ ਵਾਇਰਸ ਆ ਜਾਂਦਾ ਹੈ। ਵਾਇਰਸ ਆਉਣ ਦੇ ਨਾਲ ਬਹੁਤ ਸਾਰੀ ਸਮੱਸਿਆ ਆਉਂਦੀ ਹੈ। ਵਾਇਰਸ ਅਸਲ ਵਿੱਚ ਇੱਕ ਸੌਫਟਵੇਅਰ ਹੈ ਜਿਹੜਾ ਕੰਪਿਊਟਰ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਣਾਇਆ ਗਿਆ ਹੈ ਔਰ ਇਹ ਸੌਫਟਵੇਅਰ ਸਾਡੇ ਕੰਪਿਊਟਰ ਦੇ ਸੌਫਟਵੇਅਰ ਦੇ ਉੱਤੇ ਗਲਤ ਜਿਹੜਾ ਹੈ ਅਸਰ ਕਰ ਸਕਦਾ ਹੈ, ਹਾਰਡਵੇਅਰ ਦੇ ਉੱਤੇ ਵੀ ਗਲਤ ਅਸਰ ਕਰ ਸਕਦਾ ਹੈ। ਸੋ ਉਹਦੇ ਲਈ ਐਂਟੀਵਾਇਰਸ ਪ੍ਰੋਗਰਾਮ ਪਾ ਕੇ ਰੱਖੋ, ਉਹਨੂੰ ਸਮੇਂ ਦੇ ਉੱਤੇ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਸੋ ਅਗਲੀ ਜਿਹੜੀ ਗੱਲ ਹੈ ਵੀ ਵਾਇਰਸ ਤੁਹਾਡੇ ਕੰਪਿਊਟਰ ਦੇ ਵਿੱਚ ਨਾ ਆਏ ਦੋਸਤੋ, ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਪੈਨ ਡਰਾਈਵ ਦਾ ਉਪਯੋਗ ਘੱਟ ਤੋਂ ਘੱਟ ਕਰੋ, ਕਿਉਂਕਿ ਪੈਨ ਡਰਾਈਵ ਹੀ ਇੱਕ ਐਸਾ ਮਾਧਿਅਮ ਹੈ ਜਿਹਦੇ ਰਾਹੀਂ ਵੱਧ ਤੋਂ ਵੱਧ ਜੇ ਆਪਾਂ ਕਹੀਏ ਕਿ ਵਾਇਰਸ ਜਿਹੜਾ ਹੈ ਉਹ ਫੈਲਾਇਆ ਜਾ ਰਿਹਾ। ਅੱਗੇ ਸਾਡੇ ਕੋਲੇ ਜਿਹੜਾ ਨੁਕਤਾ ਹੈ ਵਾਇਰਸ ਤੋਂ ਬਚਣ ਦਾ ਉਹ ਇਹ ਹੈ ਕਿ ਭਰੋਸੇਯੋਗ ਵੈਬਸਾਈਟਾਂ ਦੇ ਉੱਤੇ ਹੀ ਜਾਓ। ਜਿਹੜੀਆਂ ਵੈਬਸਾਈਟਾਂ ਤੁਹਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਮਿਲਦੀਆਂ ਨੇ ਜਾਂ ਈਮੇਲ ਦੇ ਰਾਹੀਂ ਲਿੰਕ ਮਿਲਦੇ ਨੇ, ਜ਼ਰੂਰੀ ਨਹੀਂ ਕਿ ਉਹ ਸਾਰੇ ਲਿੰਕ ਜਿਹੜੇ ਨੇ ਉਹ ਸਹੀ ਹੋਣ। ਕਈ ਵਾਰੀ ਉੱਥੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਉਹ ਅਸੁਰੱਖਿਅਤ ਕਿਸੇ ਲਿੰਕ ਦੇ ਉੱਤੇ ਵੀ ਉਹ ਲਿਜਾ ਸਕਦਾ ਹੈ। ਸੋ ਇਸ ਕਰਕੇ ਧਿਆਨ ਰੱਖਣਾ ਚਾਹੀਦਾ।